देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। इकट्ठियां ने मता पास करिया, इकट्ठे गवर्नर हाउस गए, इकट्ठियां ने बाहर आके प्रेस कॉन्फ्रेंस की थी। कैप्टन अमरिंदर सिंह बहुत माइलेज लै रहा, बड़ा किसानां 'ਚ हरमन प्यारा हो रहा, तो किते ना किते अपनी ਜ਼ਮੀਨ ਤਲਾਸ਼ਣ ਲਈ ਉਹ ਇਹੋ ਜਿਹੀਆਂ ਚੀਜ਼ਾਂ ਕਰਨ ਲੱਗ ਜਾਂਦੇ ਆ। ਤੇ ਉਹਦਾ ਸਾਡੇ ਕਿਸਾਨ ਬੜੇ ਅਗਾਂਹ ਵਧੂ ਹੈ, ਕਿਸਾਨ ਜਥੇਬੰਦੀਆਂ ਦੇ ਆਗੂ ਬੜੇ ਆਪ ਰੱਖਦੇ ਆ ਦਿਮਾਗ, ਉਹਨਾਂ ਨੂੰ ਪਤਾ ਹੈ ਕਿਹੜੀ ਚੀਜ਼ ਕਿੱਥੇ ਕਿਸ ਤਰੀਕੇ ਹੋ ਰਹੀ ਹੈ। ਪਰ ਅਸ਼ਿਓਰਡ ਪ੍ਰੋਕਿਉਰਮੈਂਟ ਸਿਰਫ 2 ਫਸਲਾਂ ਦੀ ਹੁੰਦੀ ਹੈ। ਅੱਜ ਦੀ ਤਰੀਕ 'ਚ ਜਿਸ ਤਰੀਕੇ ਦੇ ਹਾਲਾਤ ਬਣ ਗਏ, ਹਾਲਾਤ ਤਾਂ ਇਹ ਹੈ ਵੀ ਅਸੀਂ ਉਹ ਦੋਨਾਂ ਦੀ ਹੀ ਅਸ਼ਿਓਰਡ ਪ੍ਰੋਕਿਉਰਮੈਂਟ ਬਚਾ ਲਈਏ। ਅਗਲੇ ਦੀ ਤੁਸੀਂ ਸੋਚ ਕਰੀ ਜਾਂਦੇ ਹੋ, ਕਿਉਂ ਕਿਸਾਨਾਂ ਨੂੰ ਵਰਗਲਾਉਂਦੇ ਹੋ, ਕਿਉਂ ਉਹਨਾਂ ਨਾਲ ਧਰੋਹ ਕਰਦੇ ਹੋ। ਅੱਜ ਦੇ ਹਾਲਾਤ ਕਿਸਾਨ ਦੀ ਜੋ ਅੱਜ ਦੀ ਪੋਜੀਸ਼ਨ ਹੈ ਉਹਨੂੰ ਬਚਾਉਣ ਵਾਲੇ ਹੈ ਕਿ ਪੋਜੀਸ਼ਨ ਨੂੰ ਗਾਂਹ ਵਧਾਉਣ ਵਾਲੇ ਹੈ। ਅੱਜ ਤਾਂ ਇਹ ਜ਼ਰੂਰੀ ਹੋ ਗਿਆ ਵੀ ਜਿਹੜੀਆਂ ਆਹ 2 ਹੈ ਇਹ ਵੀ ਨਾ ਬੰਦ ਹੋ ਜਾਏ ਕਿਤੇ। ਔਰ ਬੀਜੇਪੀ ਬਿਲਕੁਲ ਬੀਜੇਪੀ ਦੇ ਲੀਡਰ ਉਹ ਕਿਸਾਨ ਪੱਖੀ ਗੱਲ ਕਰ ਹੀ ਨਹੀਂ ਰਹੇ, ਪੰਜਾਬ ਪੱਖੀ ਗੱਲ ਕਰ ਹੀ ਨਹੀਂ ਰਹੇ। ਉਹ ਸਿਰਫ ਤੇ ਸਿਰਫ ਆਪਣੇ ਲੀਡਰ ਨੂੰ ਫਾਲੋ ਕਰ ਰਹੇ, ਜਿਹੜਾ ਡਿਕਟੇਟਰ ਬਣ ਕੇ ਬਗੈਰ ਕਿਸੇ ਦੀ ਸੁਣੇ ਆਪਣੇ ਆਰਡਰ ਪਾਸ ਕਰੀ ਜਾਂਦਾ। ਅੱਜ ਕਿਉਂ ਟ੍ਰੇਨਾਂ ਬੰਦ ਕੀਤੀਆਂ ਗਈਆਂ ਜੀ? ਅੱਜ ਦੁਬਾਰਾ ਬੰਦ ਕਰਤੀਆਂ ਟ੍ਰੇਨਾਂ, ਜਦ ਕਿਸਾਨਾਂ ਨੇ ਰੇਲ ਟਰੈਕ ਖਾਲੀ ਕਰਤੇ। ਉਹਨਾਂ ਨੇ ਕਹਿਤਾ ਵੀ ਅਸੀਂ ਸਿਰਫ ਪੈਸੰਜਰ ਗੱਡੀ ਰੋਕਾਂਗੇ, ਕੋਈ ਮਾਲ ਗੱਡੀ ਨਹੀਂ ਰੋਕਾਂਗੇ। ਅੱਜ ਮਾਲ ਗੱਡੀਆਂ ਕਿਉਂ ਬੰਦ ਕੀਤੀਆਂ 2 ਦਿਨ ਚਲਾਉਣ ਤੋਂ ਬਾਅਦ? ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਸਿਆਸਤ ਜਾਰੀ ਹੈ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਹੈ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ। ਸਰ, ਦੇਖਿਆ ਜਾਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤੇ ਗਏ ਨੇ, ਜਿਹੜੇ ਮਤਾ ਪਾਸ ਕੀਤਾ ਗਿਆ ਵਾ, ਉਹਦੇ ਵਿੱਚ ਤਕਰੀਬਨ ਸਭ ਦੀ ਸਪੋਰਟ ਮਿਲੀ ਹੈ ਵਿਰੋਧੀ ਪਾਰਟੀਆਂ ਵੱਲੋਂ, 2 ਨੂੰ ਛੱਡ ਕੇ। ਪਰ ਅੱਜ ਕੁਝ ਸਮੇਂ ਬਾਅਦ ਹੀ ਸਾਰੇ ਹੁਣ ਵਿਰੋਧ ਜਤਾ ਰਹੇ ਨੇ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿੱਚ ਲਿਆਂਦੇ ਗਏ। ਕਿਤੇ ਨਾ ਕਿਸਾਨੀ ਪਿੱਛੇ ਰਹਿ ਜਾਂਦੀ ਹੈ ਤੇ ਸਿਆਸਤ ਮੂਹਰੇ ਹੋ ਜਾਂਦੀ ਹੈ। ਜਦੋਂ ਅਸੀਂ ਕਿਸਾਨੀ ਨੂੰ ਮੂਹਰੇ ਰੱਖ ਲੈਂਦੇ ਹਾਂ ਤਾਂ ਫਿਰ ਅਸੀਂ ਉਸ ਬਿੱਲਾਂ ਦੀ ਸਪੋਰਟ ਕਰਦੇ ਹਾਂ। ਜਦੋਂ ਸਿਆਸਤ ਨੂੰ ਮੂਹਰੇ ਕਰ ਲੈਂਦੇ ਹਾਂ ਤਾਂ ਉਹਦੇ 'ਚੋਂ ਨਕੋਚਾ ਕੱਢਣ ਲੱਗਦੇ। ਪੂਰੀ 1 ਦਿਨ ਉਹਦੇ 'ਤੇ ਡਿਬੇਟ ਚੱਲੀ। ਅਗਰ ਉਹਦੇ 'ਚ ਕੋਈ ਕਮਜ਼ੋਰੀ ਸੀਗੀ ਤਾਂ ਉਹਨਾਂ ਨੂੰ ਉੱਥੇ ਦੇਅਰ ਐਂਡ ਦੈਨ ਪੁਆਇੰਟ ਆਊਟ ਕਰਨਾ ਚਾਹੀਦਾ ਸੀਗਾ। ਬਿਲਕੁਲ ਸਪੋਰਟ ਨਹੀਂ ਸੀ ਕਰਨੀ ਚਾਹੀਦੀ, ਕਹਿਣਾ ਚਾਹੀਦਾ ਸੀ ਇਹਦੇ 'ਚ ਫਲਾਂ ਚੀਜ਼ਾਂ ਗਲਤ ਹੈ, ਇਹਦੇ 'ਚ ਜਾਂ ਨਵੀਆਂ ਚੀਜ਼ਾਂ ਐਡ ਕਰੋ, ਅਮੈਂਡਮੈਂਟ ਕਰੋ, ਜਾਂ ਨਾਲ ਨਹੀਂ ਸੀ ਜਾਣਾ ਚਾਹੀਦਾ। ਫਿਰ ਨਾਲ ਖੜ ਕੇ ਪ੍ਰੈਸ ਕਾਨਫਰੰਸ ਨਹੀਂ ਸੀ ਕਰਨੀ ਚਾਹੀਦੀ ਜਦੋਂ ਗਵਰਨਰ ਹਾਊਸ ਦੇ ਬਾਹਰ ਜਾਂ ਗਵਰਨਰ ਹਾਊਸ ਦੇ ਅੰਦਰ ਗਏ ਸੀ। ਮੰਤਰੀ ਵੱਲੋਂ ਵੀ ਕਿਹਾ ਗਿਆ ਸੀ ਵੀ ਅਗਰ ਕਿਸਾਨਾਂ ਦੇ ਹਿੱਤ ਦੇ ਵਿੱਚੋਂ ਤਾਂ ਫਿਰ ਸਮਰਥਨ ਦਿਓ। ਬਿਲਕੁਲ, ਮੈਂ ਤਾਂ ਇਹ ਕਹਿ ਰਿਹਾ ਵੀ ਜੇ ਕਿਸਾਨ ਮੂਹਰੇ ਹੈ ਤਾਂ ਉਹ ਬਿੱਲ ਠੀਕ ਨੇ, ਜੇ ਸਿਆਸਤ ਮੂਹਰੇ ਹੈ ਤਾਂ ਬਿੱਲ ਗਲਤ ਨੇ। ਸਿਆਸਤ ਦੇ ਵਿੱਚ ਹਰੇਕ ਪੋਲੀਟੀਕਲ ਪਾਰਟੀ ਨੇ ਆਪਣਾ ਕੋਈ ਨਾ ਕੋਈ ਜਗ੍ਹਾ ਦਰਸਾਉਣੀ ਹੁੰਦੀ ਹੈ ਵੀ ਅਸੀਂ ਕਿਸਾਨ ਜ਼ਿਆਦਾ ਹਿਤੈਸ਼ੀ ਹਾਂ। ਸੋ ਇਹ ਉਹ ਗੱਲਾਂ ਆ ਅੱਜ ਦੀ ਤਰੀਕ 'ਚ, ਅੱਜ ਦੇ ਹਾਲਾਤਾਂ 'ਚ, ਅੱਜ ਦੇ ਮੁਤਾਬਕ ਕੀ ਹੋਣਾ ਚਾਹੀਦਾ ਸੀ ਸਾਰੇ ਹੀ ਜਾਣਦੇ ਆ। ਮੈਕਸਿਮਮ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਸਾਨਾਂ ਨੂੰ ਉਹ 3 ਬਿੱਲਾਂ ਨੂੰ ਨਗੇਟ ਕਰਨ ਲਈ ਜਿੰਨੇ ਮੈਕਸਿਮਮ ਅਮੈਂਡਮੈਂਟਾਂ ਜਾਂ ਉਹਨਾਂ ਨੂੰ APMC ਐਕਟ ਨੂੰ ਫੇਵਰ ਕਰਨ ਲਈ, MSP ਨੂੰ ਬਚਾਉਣ ਲਈ, ਜਾਂ ਐਸੈਂਸ਼ੀਅਲ ਕਮੋਡਿਟੀ 'ਚ ਹੋਰਡਿੰਗ ਰੋਕਣ ਲਈ, ਜਮਾਖੋਰੀ ਰੋਕਣ ਲਈ, ਜਾਂ ਛੋਟੇ ਕਿਸਾਨਾਂ ਨੂੰ ਕੋਈ ਅਗਰ ਉਹ ਬਿੱਲ ਲਾਗੂ ਵੀ ਹੋ ਜਾਂਦੇ ਆ ਉਹਨਾਂ 'ਤੇ ਕੋਈ ਇਫੈਕਟ ਨਾ ਪਵੇ, ਉਹ ਅਮੈਂਡਮੈਂਟ ਲਿਆਂਦੀ ਵੀ 2.5 ਏਕੜ ਤੋਂ ਥੱਲੇ ਵਾਲੇ ਕਿਸਾਨਾਂ ਦੀ ਕਦੀ ਕੁਰਕੀ ਨਹੀਂ ਹੋਏਗੀ। ਮੈਕਸਿਮਮ ਚੀਜ਼ਾਂ ਉਹਦੇ 'ਚ ਕਰੀਆਂ ਗਈਆਂ ਔਰ ਸਾਰਿਆਂ ਨੇ ਖੁੱਲ੍ਹ ਕੇ ਉਹਦੀ ਸਪੋਰਟ ਕਰੀ ਔਰ ਬੋਲਿਆ ਵੀ। ਨਾਲ ਸਾਰਿਆਂ ਨੇ ਉਸ ਰੈਜ਼ੋਲੂਸ਼ਨ ਨੂੰ ਵੀ ਸਪੋਰਟ ਕੀਤਾ ਜਿਹਦੇ 'ਚ ਉਹ 3 ਬਿੱਲਾਂ ਨੂੰ ਦੁਬਾਰਾ ਸੋਚਣ ਲਈ ਤੇ ਉਹਨਾਂ ਨੂੰ ਕੁਝ ਸਮੇਂ ਬਾਅਦ ਹੀ ਜਦੋਂ ਅੰਦਰ ਹਾਊਸ ਦੇ ਵਿੱਚ ਸੈਸ਼ਨ ਚੱਲਿਆ ਉਦੋਂ ਸਮਰਥਨ ਜਤਾਇਆ ਗਿਆ। ਜਦੋਂ ਬਾਹਰ ਆਏ ਤੇ ਫਿਰ ਉਹ ਕਹਿ ਰਹੇ ਵੀ ਕੁਝ ਮੁੱਖ ਮੰਤਰੀ ਦੇ ਜਿਹੜੇ ਵਿੱਚ ਲਿਖੇ ਹੋਏ ਸੀ ਸੰਸ਼ੋਧਨ ਨੂੰ ਲੈ ਕੇ ਉਹ ਸਾਨੂੰ ਨਹੀਂ ਪਸੰਦ ਆਇਆ, ਇਸ ਕਰਕੇ ਅਸੀਂ ਉੱਠ ਕੇ ਬਾਹਰ ਆ ਗਏ। ਲੇਕਿਨ ਉਸ ਸਮੇਂ ਮਤਾ ਜਿਹੜਾ ਪਾਸ ਕਰ ਦਿੱਤਾ। ਨਹੀਂ, ਸਾਰੇ ਬਿਲਕੁਲ 115 ਦੇ 115 ਅੰਦਰ ਹਾਜ਼ਰ ਰਹੇ, ਇਕੱਠਿਆਂ ਨੇ ਮਤਾ ਪਾਸ ਕਰਿਆ, ਇਕੱਠੇ ਗਵਰਨਰ ਹਾਊਸ ਗਏ, ਇਕੱਠਿਆਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ। ਅਗਲੇ ਦਿਨ ਹੋਰ ਮਤਿਆਂ ਦੇ ਉੱਤੇ ਜ਼ਰੂਰ ਆਪਸ 'ਚ ਕੋਈ ਮਤਭੇਦ ਰਹੇ ਤੇ ਉਹਨਾਂ 'ਚ ਟਾਈਮ ਟੂ ਟਾਈਮ ਇੱਕ ਪਾਰਟੀ ਚਲੇ ਗਈ ਜਾਂ ਦੂਸਰੀ ਪਾਰਟੀ ਨੇ ਉਹ ਜਿਵੇਂ ਸਾਡਾ ਅਸੈਂਬਲੀ ਰੂਟੀਨ ਦੀ ਅਸੈਂਬਲੀ ਹੁੰਦੀ ਹੈ ਉਸ ਤਰੀਕੇ ਚੱਲਣ ਲੱਗ ਗਈ। ਨਹੀਂ ਤਾਂ ਜਿਸ ਦਿਨ ਕਿਸਾਨਾਂ ਵਾਲੀ ਡਿਸਕਸ਼ਨ ਸੀਗੀ ਸਭ ਨੇ ਖੁੱਲ੍ਹ ਕੇ ਹਰ ਇੱਕ ਬੰਦੇ ਨੂੰ ਮੌਕਾ ਦਿੱਤਾ ਗਿਆ। ਪਾਰਟੀਆਂ ਦਾ ਜੋ ਟਾਈਮ ਬੰਨਿਆ ਹੋਇਆ ਸੀਗਾ ਉਹ ਵੀ ਟਾਈਮ ਖਤਮ ਕਰ ਦਿੱਤਾ ਗਿਆ ਵੀ ਜਿਹੜਾ ਬੰਦਾ ਜਿਹੜੀ ਪਾਰਟੀ 'ਚ ਬੈਠ ਕੇ ਕਿਸਾਨਾਂ ਦੇ ਬਿੱਲ 'ਤੇ ਬੋਲਣਾ ਚਾਹੁੰਦਾ ਉਹ ਬੋਲ ਸਕਦਾ ਆ। ਖੁੱਲ੍ਹ ਕੇ ਉਹਦੇ ਡਿਬੇਟ ਹੋਈ ਔਰ ਬੜੀ ਮਿਆਰੀ ਡਿਬੇਟ ਸੀਗੀ। ਉਸ ਤੋਂ ਬਾਅਦ ਸਾਰਿਆਂ ਨੇ ਦੇਖਿਆ ਵੀ ਸਾਰੇ ਇਕੱਠੇ ਹੋ ਕੇ ਗਵਰਨਰ ਹਾਊਸ ਗਏ, ਸਾਰੀਆਂ ਪਾਰਟੀਆਂ ਐਕਸੈਪਟ BJP। ਉਸ ਤੋਂ ਬਾਅਦ ਇਕੱਠਿਆਂ ਪ੍ਰੈਸ ਕਾਨਫਰੰਸ ਵੀ ਕੀਤੀ। ਪਰ ਜਦੋਂ ਸ਼ਾਮ ਨੂੰ ਸਵੇਰੇ ਦੇਖਦੇ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਬਹੁਤ ਮਾਈਲੇਜ ਲੈ ਰਿਹਾ, ਬੜਾ
ਕਿਸਾਨਾਂ 'ਚ ਹਰਮਨ ਪਿਆਰਾ ਹੋ ਰਿਹਾ ਤੇ ਕਿਤੇ ਨਾ ਕਿਤੇ ਆਪਣੀ ਜ਼ਮੀਨ ਤਲਾਸ਼ਣ ਲਈ ਉਹ ਇਹੋ ਜਿਹੀਆਂ ਚੀਜ਼ਾਂ ਕਰਨ ਲੱਗ ਜਾਂਦੇ ਆ। ਤੇ ਉਹਦਾ ਸਾਡੇ ਕਿਸਾਨ ਬੜੇ ਅਗਾਂਹ ਵਧੂ ਹੈ, ਕਿਸਾਨ ਜਥੇਬੰਦੀਆਂ ਦੇ ਆਗੂ ਬੜੇ ਆਪ ਰੱਖਦੇ ਆ ਦਿਮਾਗ, ਉਹਨਾਂ ਨੂੰ ਪਤਾ ਹੈ ਕਿਹੜੀ ਚੀਜ਼ ਕਿੱਥੇ ਕਿਸ ਤਰੀਕੇ ਹੋ ਰਹੀ ਹੈ। ਕਿਸਾਨ ਆਗੂ ਔਰ ਉਹਨਾਂ ਦੇ ਵਕੀਲ ਇਹ ਜਿਹੜੇ ਬਿੱਲ ਬਣ ਰਹੇ ਸੀ ਉਹਨਾਂ ਦੇ ਵਿੱਚ ਸ਼ਾਮਲ ਸੀਗੇ। ਸਾਰੀਆਂ ਪਾਰਟੀਆਂ ਨੂੰ ਜਦੋਂ ਦਿੱਤਾ ਗਿਆ ਉਹਦੇ ਵਿੱਚ ਸਾਰਿਆਂ ਦੀ ਡਿਸਕਸ਼ਨ ਲੈ ਕੇ ਉਹਨਾਂ ਦੇ ਸਾਰਿਆਂ ਦੇ ਸੁਝਾਅ ਲਿੱਤੇ ਗਏ। ਸਰ ਭਗਵੰਤ ਮਾਨ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਸਟਾਰਟਿੰਗ ਦੇ ਵਿੱਚ ਕਿਹਾ ਗਿਆ ਸੀ ਵੀ ਅਸੀਂ ਸਮਰਥਨ ਦੇਵਾਂਗੇ ਪੂਰਾ, ਉਸ ਤੋਂ ਬਾਅਦ ਫਿਰ MSP ਦਾ ਜਿਹੜਾ ਜ਼ਿਕਰ ਕੀਤਾ ਗਿਆ ਇਹਦੇ ਵਿੱਚ, ਜੇ ਵਾਕਈ ਕਹਿ ਰਹੇ ਵੀ ਸੂਬਾ ਸਰਕਾਰ ਹਿਤੈਸ਼ੀ ਹੈ ਤੇ 4 ਫਸਲਾਂ ਨੂੰ ਮੁੱਖ ਕਿਉਂ ਨਹੀਂ ਰੱਖਿਆ ਗਿਆ, ਜਿਹ 'ਚ ਕਪਾਹ, ਗੰਨਾ, ਸੂਰਜਮੁਖੀ ਜਿਹੜੀਆਂ ਹੋਰ ਫਸਲਾਂ? 4 ਫਸਲਾਂ ਨਹੀਂ ਭਗਵੰਤ ਮਾਨ ਜੀ, ਉਹ 23-24 ਫਸਲਾਂ ਹੈ ਜਿਨ੍ਹਾਂ ਦੇ ਉੱਤੇ MSP ਆਉਂਦਾ ਹੈ, ਪਰ ਅਸ਼ਿਓਰਡ ਪ੍ਰੋਕਿਉਰਮੈਂਟ ਸਿਰਫ 2 ਫਸਲਾਂ ਦੀ ਹੁੰਦੀ ਹੈ। ਅੱਜ ਦੀ ਤਰੀਕ 'ਚ ਜਿਸ ਤਰੀਕੇ ਦੇ ਹਾਲਾਤ ਬਣ ਗਏ, ਹਾਲਾਤ ਤਾਂ ਇਹ ਹੈ ਵੀ ਅਸੀਂ ਉਹ ਦੋਨਾਂ ਦੀ ਹੀ ਅਸ਼ਿਓਰਡ ਪ੍ਰੋਕਿਉਰਮੈਂਟ ਬਚਾ ਲਈਏ। ਅਗਲੇ ਦੀ ਤੁਸੀਂ ਸੋਚ ਕਰੀ ਜਾਂਦੇ ਹੋ, ਕਿਉਂ ਕਿਸਾਨਾਂ ਨੂੰ ਵਰਗਲਾਉਂਦੇ ਹੋ, ਕਿਉਂ ਉਹਨਾਂ ਨਾਲ ਧਰੋਹ ਕਰਦੇ ਹੋ? ਅੱਜ ਦੇ ਹਾਲਾਤ ਕਿਸਾਨ ਦੀ ਜੋ ਅੱਜ ਦੀ ਪੋਜੀਸ਼ਨ ਹੈ ਉਹਨੂੰ ਬਚਾਉਣ ਵਾਲੇ ਹੈ ਕਿ ਪੋਜੀਸ਼ਨ ਨੂੰ ਗਾਂਹ ਵਧਾਉਣ ਵਾਲੇ ਹੈ? ਅੱਜ ਤਾਂ ਇਹ ਜ਼ਰੂਰੀ ਹੋ ਗਿਆ ਵੀ ਜਿਹੜੀ ਆਹ 2 ਹੈ ਇਹ ਵੀ ਨਾ ਬੰਦ ਹੋ ਜਾਏ ਕਿਤੇ। ਕਿਸਾਨਾਂ ਨੂੰ ਸ਼ੰਕਾ ਕੀ ਹੈ? ਕਿਸਾਨ ਕਿਸ ਡਰ ਤੋਂ ਅੱਜ ਸੜਕਾਂ ਤੇ ਰੇਲਾਂ ਤੇ ਬੈਠੇ ਆ? ਉਹ ਇਹੀ ਡਰ ਹੈ ਨਾ ਵੀ ਸਾਡੀ ਜਿਹੜੀ ਕਣਕ ਤੇ ਜੀਰੀ ਦੀ ਅਸ਼ੋਰਡ ਪ੍ਰੋਕਿਉਰਮੈਂਟ ਹੁੰਦੀ ਸੀ ਉਹ ਬੰਦ ਹੋ ਜੂਗੀ। ਕਿਤੇ ਸਰ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਬਿੱਲਾਂ ਨੂੰ ਲਿਆਉਣ ਦੀ ਗੱਲ ਕੀਤੀ ਗਈ, ਜਿਹੜਾ ਇਸ ਸਮੇਂ ਕਿਸਾਨ ਜਥੇਬੰਦੀਆਂ ਅੰਦੋਲਨ ਕਰ ਰਹੀਆਂ, ਕਿਤੇ ਇਹਨੂੰ ਅੰਦੋਲਨ ਨੂੰ ਹਟਾਉਣ ਦੀ ਕਿਤੇ ਨਾ ਕਿਤੇ ਹੈ ਨਹੀਂ ਸਾਜ਼ਿਸ਼ ਕੋਈ? ਕਿਸ ਤਰੀਕੇ ਪੜਨ ਜਿਹੜੀ ਇਹ ਅੰਦੋਲਨ ਤੇ ਬੈਠੇ ਹੋਏ ਆ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਕਿਤੇ ਨਾ ਕਿਤੇ ਰੋਕਣ ਦੇ ਲਈ ਇਹ ਤਾਂ ਨਹੀਂ ਲਿਆਂਦਾ ਜਾ ਰਿਹਾ? ਕੀ ਚੀਜ਼ ਲਿਆਂਦੀ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਮਤਾ ਪਾਸ ਹੋਇਆ, ਮਤਾ ਪਾਸ ਕੀਤਾ ਗਿਆ, ਉਹ ਕਿਸਾਨਾਂ ਦੇ ਹੱਕ 'ਚ ਕਿਸਾਨਾਂ ਦੀ ਡਿਮਾਂਡ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ 31 ਮੈਂਬਰੀ ਕਮੇਟੀ ਜਦੋਂ CM ਸਾਹਿਬ ਨਾਲ ਗੱਲਬਾਤ ਕਰਦੀ ਹੈ ਉਹਦੇ ਮੁਤਾਬਕ ਇਹ ਕੀਤਾ ਗਿਆ। ਇਹਨੂੰ ਕਿਸ ਤਰੀਕੇ ਕੀ ਹਟਾਉਣਾ ਚਾਹੀਦਾ, ਕਿਸਾਨ ਜਥੇਬੰਦੀਆਂ ਨੇ ਰੇਲਾਂ ਤੋਂ ਉੱਠ ਗਏ, ਰੇਲ ਟ੍ਰੈਫਿਕ ਬਹਾਲ ਕਰਤਾ। ਅੱਜ ਸੈਂਟਰ ਨੇ ਆਪਣੇ ਆਪ ਆਰਬਿਟਰੀ ਬੰਦ ਕਰਤਾ ਵੀ ਅਸੀਂ ਭੇਜਣੀ ਨਹੀਂ, ਮਾਲ ਗੱਡੀ ਨਹੀਂ ਭੇਜਣੀ ਪੰਜਾਬ 'ਚ। ਕਿਸਾਨ ਹੁਣ ਰੋਕ ਹੀ ਨਹੀਂ ਰਹੇ, ਹੁਣ ਉਹਨਾਂ ਨੇ ਜ਼ਿੱਦ ਕਰਕੇ ਰੱਖ ਲਈ। ਉਹ ਪੰਜਾਬ ਨੂੰ ਹਰ ਹੀਲੇ ਵਸੀਲੇ ਹਰ ਤਰੀਕੇ ਟਾਰਗੇਟ ਕਰਨ ਨੂੰ ਤਿਆਰ ਬੈਠੇ ਆ। ਔਰ ਬਿਲਕੁਲ BJP ਦੇ ਲੀਡਰ ਉਹ ਕਿਸਾਨ ਪੱਖੀ ਗੱਲ ਕਰ ਹੀ ਨਹੀਂ ਰਹੇ, ਪੰਜਾਬ ਪੱਖੀ ਗੱਲ ਕਰ ਹੀ ਨਹੀਂ ਰਹੇ। ਉਹ ਸਿਰਫ ਤੇ ਸਿਰਫ ਆਪਣੇ ਲੀਡਰ ਨੂੰ ਫਾਲੋ ਕਰ ਰਹੇ, ਜਿਹੜਾ ਡਿਕਟੇਟਰ ਬਣ ਕੇ ਬਗੈਰ ਕਿਸੇ ਦੀ ਸੁਣੇ ਆਪਣੇ ਆਰਡਰ ਪਾਸ ਕਰੀ ਜਾਂਦਾ। ਅੱਜ ਕਿਉਂ ਟ੍ਰੇਨਾਂ ਬੰਦ ਕੀਤੀਆਂ ਗਈਆਂ ਜੀ? ਅੱਜ ਦੁਬਾਰਾ ਬੰਦ ਕਰਤੀਆਂ ਟ੍ਰੇਨਾਂ, ਜਦ ਕਿਸਾਨਾਂ ਨੇ ਰੇਲ ਟਰੈਕ ਖਾਲੀ ਕਰਤੇ। ਉਹਨਾਂ ਨੇ ਕਹਿ ਤਾ ਵੀ ਅਸੀਂ ਸਿਰਫ ਪੈਸੰਜਰ ਗੱਡੀ ਰੋਕਾਂਗੇ, ਕੋਈ ਮਾਲ ਗੱਡੀ ਨਹੀਂ ਰੋਕਾਂਗੇ। ਅੱਜ ਮਾਲ ਗੱਡੀਆਂ ਕਿਉਂ ਬੰਦ ਕੀਤੀਆਂ 2 ਦਿਨ ਚਲਾਉਣ ਤੋਂ ਬਾਅਦ? ਕਿਹੜੀ ਕਿਸਾਨ ਜਥੇਬੰਦੀ ਨੇ ਰੋਕਿਆ? ਇਹ ਸਾਰੇ ਦਾ ਸਾਰੀ ਚੀਜ਼ਾਂ ਲੋਕਾਂ ਨੂੰ ਅਸਲੀਅਤ ਦੱਸਣ ਦੀ ਬਜਾਏ ਇਹ ਕਿਹੜੇ ਪਾਸੇ ਨੂੰ ਤੁਰ ਪਏ ਆਪਾਂ? ਅਸਲ ਕਿਸਾਨਾਂ ਦੇ ਹਿੱਤਕਾਰੀ ਜਿਹੜੀ ਪਾਰਟੀ ਹੈ, ਰਾਜਨੀਤਿਕ ਪਾਰਟੀ ਹੈ, ਕਿਹੜੀ ਲੱਗਦੀ ਤੁਹਾਨੂੰ ਇਸ ਸਮੇਂ ਉਹਨਾਂ ਦੇ ਨਾਲ ਖੜੀ ਹੈ? ਕਿਉਂਕਿ ਕਿਸਾਨ ਵੀ ਕਿਤੇ ਨਾ ਕਿਤੇ ਸਮਝਦਾਰ ਹੋ ਗਏ ਨੇ। ਉਹ ਕਹਿ ਰਹੇ ਵੀ ਅਸੀਂ ਉਹਨੂੰ ਵਰਗਲਾਵੇ 'ਚ ਨਹੀਂ ਆਉਣਾ, 4 ਨਵੰਬਰ ਤੱਕ ਦਾ ਜਿਹੜਾ ਅਸੀਂ ਸਮਾਂ ਦੇ ਰਹੇ ਹਾਂ। ਜੇ ਕੁਛ ਇਹਦੇ 'ਚ ਨਿਕਲ ਕੇ ਸਾਹਮਣੇ ਆਉਂਦਾ, ਨਹੀਂ ਤਾਂ ਫਿਰ ਅੰਦੋਲਨ ਜਾਰੀ ਰਹੇਗਾ। ਅੰਦੋਲਨ ਉਹਨਾਂ ਦਾ ਚੱਲ ਹੀ ਰਿਹਾ। ਕੌਣ ਉਹਨਾਂ ਦੇ ਵਿੱਚ ਖਲਲ ਪਾ ਰਿਹਾ? ਕਿਸਾਨਾਂ ਨੂੰ ਬਿਲਕੁਲ ਅਸਲੀਅਤ ਵਿੱਚ ਪਤਾ ਹੈ, ਕੋਈ ਚੀਜ਼ ਨਹੀਂ ਟਰਾਂਸਪੇਰੈਂਟ ਹੈ। ਅੱਜ ਜੇ ਪੰਜਾਬ ਦੀ ਸਰਕਾਰ ਕਿਸੇ ਵੀ ਤਰੀਕੇ ਕਿਸਾਨਾਂ ਦੇ ਨਾਲ ਨਹੀਂ ਖੜੀ ਤਾਂ ਮੈਨੂੰ ਤੁਸੀਂ ਦੱਸੋ। ਹਰ ਚੀਜ਼ ਜਦੋਂ ਇਹ ਆਰਡੀਨੈਂਸ ਆਇਆ ਉਦੋਂ ਵੀ CM ਸਾਹਿਬ ਨੇ ਆਲ ਪਾਰਟੀ ਮੀਟਿੰਗ ਕੀਤੀ, ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ, ਉਹਦੇ ਵਿੱਚ ਮੈਂ ਵੀ ਸ਼ਾਮਲ ਰਿਹਾ। ਉਸ ਤੋਂ ਬਾਅਦ ਟਾਈਮ ਟੂ ਟਾਈਮ ਇਹਨਾਂ ਨਾਲ ਗੱਲਬਾਤ ਹੁੰਦੀ ਰਹੀ। ਫਿਰ ਬਿੱਲ ਪਾਸ ਹੋਏ, ਬਿੱਲ ਪਾਸ ਹੋਣ ਤੋਂ ਬਾਅਦ ਜਾ ਕੇ ਇੱਕ ਪਾਰਟੀ ਯੂ ਟਰਨ ਲੈਂਦੀ ਹੈ। ਪਹਿਲਾਂ ਸਾਰੀਆਂ ਬਾਕੀ ਪਾਰਟੀਆਂ ਮੁਖਾਲਫਤ ਸੀ, 3 ਮਹੀਨੇ ਉਹਨਾਂ ਦੀ ਇਹ ਪਾਰਟੀ ਵਕਾਲਤ ਕਰਦੀ ਹੈ। ਫਿਰ ਇੱਕੋ ਦਮ ਰੋਹ ਦੇਖ ਕੇ, ਸਾਰੇ ਕਿਸਾਨਾਂ ਦਾ ਰੋਸ਼ ਦੇਖ ਕੇ ਵੀ ਬਾਹਰ ਨਿਕਲੇ ਆਉਂਦੇ ਆ। ਫਿਰ ਉਸ ਤੋਂ ਬਾਅਦ ਆਪਣੀ ਪੋਲੀਟੀਕਲ ਜ਼ਮੀਨ ਤਲਾਸ਼ਣ ਲਈ ਹਰ ਚੀਜ਼ 'ਚ ਨੁਕਸ ਕੱਢਦੇ ਆ, ਕੋਸ਼ਿਸ਼ ਕਰਦੇ ਆ ਜਸਟੀਫਾਈ ਕਰਨ ਨੂੰ ਵੀ ਇਹ ਤਾਂ ਕਾਂਗਰਸ ਨੇ 2004 'ਚ ਕੀਤਾ, 16 'ਚ ਕੀਤਾ, 17 'ਚ ਕੀਤਾ। ਇਹ ਬੇਈਮਾਨੀ ਗੱਲਾਂ ਹੈ। ਅੱਜ ਕੀ ਹੋਇਆ? ਅੱਜ 3 ਆਰਡੀਨੈਂਸ ਆਏ ਜਿਹੜੇ ਬਿੱਲਾਂ 'ਚ ਕਨਵਰਟ ਹੋਏ। ਉਹਨਾਂ ਨੂੰ ਨਿਗੇਟ ਕਰਨ ਨੂੰ ਪੰਜਾਬ ਸਰਕਾਰ ਉਹਨਾਂ ਨਾਲ ਹਰ ਹੀਲੇ ਹਰ ਤਰੀਕੇ ਲੜਨ ਨੂੰ ਤਿਆਰ ਹੈ। CM ਸਾਹਿਬ ਨੇ ਤਾਂ ਇੱਥੋਂ ਤਾਂ ਹੀ ਕਹਿ ਦਿੱਤਾ ਵੀ ਮੈਂ ਅਸਤੀਫਾ ਜੇਬ 'ਚ ਪਾਈ ਬੈਠਾ, ਮੈਂ ਆਪਣੀ ਸਰਕਾਰ ਛੱਡ ਦੂੰ, ਪਰ ਮੈਂ ਪੰਜਾਬ ਦੀ ਕਿਸਾਨੀ 'ਤੇ ਬਿਲਕੁਲ ਵੀ ਕੋਈ ਇੱਕ ਨਵੇਂ ਪੈਸੇ ਦਾ ਕੋਈ ਫਰਕ ਨਹੀਂ ਪੈਣ ਦਊਂ। ਸਰ ਜਿਹੜਾ BJP ਪ੍ਰਧਾਨ JP ਨੱਡਾ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਇਸ ਸਮੇਂ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ, ਕਿਸਾਨ ਜਿਹੜੇ ਨੇ ਭੋਲੇ ਨੇ, ਉਹਨਾਂ ਨੂੰ ਸਮਝ ਨਹੀਂ ਆ ਰਹੀ, ਲੇਕਿਨ ਜਿਹੜੇ ਦਿੱਕਤ ਆ ਰਹੀ ਹੈ ਮੇਨ ਵਿਚੋਲੀਏ ਜਿਹੜੇ ਪ੍ਰਸ਼ਨ ਖੜੇ ਕਰ ਰਹੇ ਨੇ ਇਸ ਸਮੇਂ, ਉਹਨਾਂ ਨੂੰ ਜ਼ਿਆਦਾ ਵਿਚੋਲੀਆਂ ਨੂੰ ਦਿੱਕਤ ਹੈ। ਹੁਣ ਨੱਡਾ ਸਾਹਿਬ ਨੂੰ ਪੁੱਛ ਲਓ, ਉਹ ਦੱਸ ਹੀ ਦੇਣ ਵਿਚੋਲੀਏ ਕਿਹੜੇ ਨੇ।
ਜਿਹੜੇ ਸੜਕਾਂ ਤੇ ਬੈਠੇ ਨੇ, ਜਿਹੜੇ ਟਰੈਕਾਂ ਤੇ ਬੈਠੇ ਨੇ, ਇੱਕ ਮਹੀਨੇ ਦਾ ਕੰਮ ਆਪਣਾ ਸਾਰਾ ਘਰ-ਬਾਰ ਛੱਡ ਕੇ ਬੈਠੇ, ਉਹਨਾਂ ਨੂੰ ਵਿਚੋਲੀਏ ਕਹਿ ਰਹੇ ਨੇ, ਜਾਂ ਉਹ ਇੰਨੇ ਕੁ ਜ਼ਿਆਦਾ ਅਣਜਾਣ ਨੇ ਵੀ ਉਹਨਾਂ ਨੂੰ ਪਿੱਛੋਂ ਦੀ ਕੋਈ ਪੜ੍ਹਾ ਰਿਹਾ। ਆਪਣਾ ਹੱਕ ਮੰਗਣਾ, ਜੇ ਕਿਸੇ ਨੂੰ ਕੋਈ ਸ਼ੰਕਾ ਆ ਤਾਂ ਡੈਮੋਕ੍ਰੈਟਿਕ ਰਾਈਟ ਹੈ ਉਹਨਾਂ ਨੂੰ। ਉਹਨਾਂ ਨੇ ਪਹਿਲਾਂ ਆਪ ਰਿਕੁਐਸਟ ਕੀਤੀ, ਸੀਐਮ ਸਾਹਿਬ ਨੇ ਚਿੱਠੀਆਂ ਲਿਖੀਆਂ, ਇੱਧਰੋਂ ਸੁਨੇਹੇ ਜਾਂਦੇ ਰਹੇ, ਰਿਕੁਐਸਟ ਜਾਂਦੀ ਰਹੀ ਲੀਡਰਾਂ ਦੇ ਥਰੂ। ਜਦੋਂ ਸੁਣਨਾ ਹੀ ਕਿਸੇ ਨੇ ਨਹੀਂ ਤਾਂ ਫਿਰ ਉਹਨਾਂ ਕੋਲ ਹੱਲ ਕੀ ਰਹਿ ਜਾਂਦਾ ਕਿਸਾਨਾਂ ਕੋਲ? ਅਗਰ ਉਹ ਸੜਕਾਂ 'ਤੇ ਨਹੀਂ ਬੈਠਣਗੇ, ਆਪਣਾ ਰੋਸ਼ ਨਹੀਂ ਜਤਾਉਣਗੇ, ਤਾਂ ਹੱਕ ਅੱਜ ਕੱਲ੍ਹ ਲੈਣਾ ਕਿਸ ਤਰੀਕੇ ਹੁੰਦਾ ਹੈ? ਇਹ ਤਾਂ ਤੁਸੀਂ ਫੈਡਰਲ ਸਿਸਟਮ ਢਾਹ ਕੇ ਇੱਕ ਬਸ ਡਿਕਟੇਟਰਸ਼ਿਪ ਵੱਲ ਜਾ ਰਹੇ ਹੋ, ਜਿਹਦੇ 'ਚ ਕੋਈ ਸੁਣਵਾਈ ਨਹੀਂ, ਜੋ ਉਹ ਕਰ ਦੇਣ ਬਸ ਉਹੀ ਰੂਲ ਹੈ। ਪਰ ਇਸ ਦੇ ਵਿਪਰੀਤ ਬੀਜੇਪੀ ਲਗਾਤਾਰ ਇੱਕੋ ਹੀ ਗੱਲ 'ਤੇ ਅੜੀ ਹੈ ਵੀ ਤਾਨਾਸ਼ਾਹੀ ਸਰਕਾਰ ਹੈਗੀ ਹੈ ਕਾਂਗਰਸ ਦੀ, ਕੀ ਕਹੋਗੇ? ਇਹਦੇ 'ਚ ਕੋਈ ਕਹਿਣ ਨੂੰ ਰਹਿ ਗਿਆ? ਤਾਨਾਸ਼ਾਹੀ ਅੱਜ ਨਰਿੰਦਰ ਮੋਦੀ ਦੀ ਚੱਲ ਰਹੀ ਹੈ, ਜਾਂ ਪੰਜਾਬ 'ਚ ਜਿੱਥੇ ਡੈਮੋਕ੍ਰੈਟਿਕ ਢੰਗ ਨਾਲ ਪਾਰਟੀਆਂ ਇਕੱਠੀਆਂ ਹੋ ਕੇ ਵਿਧਾਨ ਸਭਾ 'ਚ ਇੱਕ ਰੈਜ਼ੋਲੂਸ਼ਨ ਪਾਸ ਕਰਦੀਆਂ, 115 ਬੰਦੇ ਇੱਕ ਪਾਸੇ ਹੁੰਦੇ ਆ, ਉੱਥੇ ਡਿਕਟੇਟਰਸ਼ਿਪ ਹੈ? ਜਾਂ ਉੱਥੇ ਡਿਕਟੇਟਰਸ਼ਿਪ ਹੈ ਜਿੱਥੇ ਆਰਡੀਨੈਂਸਾਂ ਨੂੰ ਬਿੱਲ 'ਚ ਬਦਲਿਆ ਜਾਂਦਾ ਤੇ ਕੋਈ ਡਿਬੇਟ ਹੀ ਨਹੀਂ ਹੁੰਦੀ? ਉਲਟਾ ਰਾਜ ਸਭਾ ਜਿੱਥੇ ਸਰਕਾਰ ਮਾਈਨੋਰਿਟੀ 'ਚ ਆ, ਉੱਥੇ ਐਮਪੀਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ, ਸਸਪੈਂਡ ਕਰ ਦਿੱਤਾ ਜਾਂਦਾ, ਔਰ ਬਗੈਰ ਡਿਸਕਸ਼ਨ ਕਰਾਏ ਬਿੱਲ ਪਾਸ ਕਰ ਦਿੱਤੇ ਜਾਂਦੇ। ਕਿਸਾਨਾਂ ਦੇ ਹਿੱਤ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਸਰਕਾਰ ਕਿਸ ਤਰ੍ਹਾਂ ਦੇ ਕਦਮ ਚੁੱਕਣ ਲਈ ਵਚਨਬੱਧ ਹੈ ਉਹਨਾਂ ਲਈ? ਅੱਜ ਹਰ ਪਲੇਟਫਾਰਮ ਹੈ। ਅਗਰ ਉਹ ਸੜਕਾਂ 'ਤੇ ਲੜਾਈ ਲੜ ਰਹੇ ਆ ਤਾਂ ਇੱਕ ਪਲੇਟਫਾਰਮ ਵਿਧਾਨ ਸਭਾ ਹੈ, ਇੱਕ ਪਲੇਟਫਾਰਮ ਪੰਚਾਇਤਾਂ ਵੀ ਨੇ। ਪੰਚਾਇਤਾਂ ਦੀ ਆਵਾਜ਼ ਵੀ ਸੁਣੀ ਜਾਣੀ ਚਾਹੀਦੀ ਹੈ, ਜਿਹੜੀਆਂ ਹਰ ਪੰਚਾਇਤਾਂ ਅੱਜ ਰੈਜ਼ੋਲੂਸ਼ਨ ਪਾਸ ਕਰ ਰਹੀਆਂ ਇਹਦੇ ਹੱਕ ਵਿੱਚ। ਜਦੋਂ 13,000 ਪੰਚਾਇਤਾਂ ਰੈਜ਼ੋਲੂਸ਼ਨ ਪਾਸ ਕਰਨ, ਪੰਜਾਬ ਦੀ ਜਿਹੜੀ ਡੈਮੋਕ੍ਰੇਸੀ ਦਾ ਮੰਦਰ ਹੈ, ਇੱਥੇ ਦੀ ਲੈਜਿਸਲੇਟਿਵ ਅਸੈਂਬਲੀ, ਉਹ ਰੈਜ਼ੋਲੂਸ਼ਨ ਪਾਸ ਕਰੇ, ਤਾਂ ਕਿਆ ਸੈਂਟਰ ਗਵਰਨਮੈਂਟ ਨੂੰ ਸੁਣਨਾ ਨਹੀਂ ਚਾਹੀਦਾ? ਪ੍ਰਧਾਨ ਮੰਤਰੀ ਮੋਦੀ ਵੱਲੋਂ ਉਸ ਤੋਂ ਬਾਅਦ ਜਦੋਂ ਇੱਕ ਪਲੇਟਫਾਰਮ ਤਿਆਰ ਹੋ ਜਾਂਦਾ ਹੈ, ਅਗਰ ਜਿਸ ਤਰੀਕੇ ਦੀਆਂ ਸ਼ੰਕਾਵਾਂ ਹੁਣ ਪ੍ਰੈਸ ਰਾਹੀਂ ਵੀ ਫੈਲਾਈਆਂ ਜਾ ਰਹੀਆਂ ਵੀ ਇਹਦਾ ਕੀ ਹੋਏਗਾ ਜਦੋਂ ਸੈਂਟਰ ਲੈਜਿਸਲੇਸ਼ਨ ਹੋ ਜਾਏ, ਤਾਂ ਸਟੇਟ ਕਰ ਸਕਦਾ ਜਾਂ ਨਹੀਂ ਕਰ ਸਕਦਾ, ਜਦੋਂ ਇਹੋ ਜਿਹੀ ਕੰਟਰੋਵਰਸੀ ਆ ਜਾਏ ਤਾਂ ਅਦਾਲਤਾਂ ਬੈਠੀਆਂ। ਸੈਕਸ਼ਨ 131 ਦੇ ਵਿੱਚ ਜਦੋਂ ਦੋਨਾਂ ਦੇ ਵਿੱਚ ਕੋਈ ਰਿਫਟ ਪੈ ਜਾਏ ਤਾਂ ਉਹ ਡਿਸਾਈਡ ਕਰਨ ਨੂੰ ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਉਹਦਾ ਲੀਗਲ ਬੈਟਲ ਚੱਲ ਜਾਏਗੀ। ਇਹਦੇ 'ਚ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ। ਪਰ ਹਰ ਚੀਜ਼ ਸਟੈਪ ਬਾਈ ਸਟੈਪ ਹੁੰਦੀ ਹੈ, ਇੱਕ ਦਿਨ ਦੇ ਵਿੱਚ ਕੁਝ ਨਹੀਂ ਹੋਣਾ। ਇਹ ਸੜਕ ਦੀ ਵੀ ਲੜਾਈ ਹੈ ਆਪਣੇ ਹੱਕ ਲੈਣ ਵਾਸਤੇ, ਇਹ ਅਸੈਂਬਲੀ 'ਚ ਵੀ ਲੜਾਈ ਲੜੀ ਗਈ, ਇਹ ਅੱਗੋਂ ਲੀਗਲ ਵੇ ਨਾਲ ਕੋਰਟਾਂ 'ਚ ਵੀ ਲੜੀ ਜਾਏਗੀ। ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅਸੀਂ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋਵਾਂਗੇ, ਚਾਹੇ ਜਿੰਨੇ ਮਰਜ਼ੀ ਮਤਾ ਪਾਸ ਕਰ ਦਿੱਤੇ ਜਾਣ। ਕੋਈ ਗੱਲ ਨਹੀਂ, ਉਸ ਤੋਂ ਬਾਅਦ ਲੜਾਈ ਮੈਂ ਜਿਵੇਂ ਤੁਹਾਨੂੰ ਦੱਸਿਆ ਜਾਰੀ ਰਹੇਗੀ। ਕਚਹਿਰੀਆਂ ਹੈਗੀਆਂ, ਕਚਹਿਰੀਆਂ ਦੇ ਵਿੱਚ ਆਪਣੇ ਆਪਣੇ ਪੱਖ ਰੱਖੇ ਜਾਣਗੇ, ਸੈਂਟਰ ਗਵਰਨਮੈਂਟ ਵੀ ਰੱਖੇਗੀ, ਇੱਥੇ ਕਾਂਸਟੀਟਿਊਸ਼ਨ ਬੈਂਚ ਡਿਸਾਈਡ ਕਰਨਗੇ। ਇਹਦੇ 'ਚ ਬੜੇ ਕਾਂਸਟੀਟਿਊਸ਼ਨਲ ਐਕਸਪਰਟ ਸੀਗੇ ਜਿਨ੍ਹਾਂ ਨੇ ਰਾਏ ਦਿੱਤੀ ਹੈ, ਜਿਨ੍ਹਾਂ ਦੀ ਰਾਏ ਦੇ ਮੁਤਾਬਕ ਇਹ ਬਿੱਲ ਪਾਸ ਕੀਤੇ ਗਏ ਅਸੈਂਬਲੀ ਦੇ ਵਿੱਚ। ਸੋ ਇਹ ਸਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਜਿਹੜੇ ਇਸ ਸਮੇਂ ਜਿਹੜੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਖੇਤੀ ਬਿੱਲਾਂ 'ਚ ਸੁਧਾਰ ਨੂੰ ਲੈ ਕੇ ਲਗਾਤਾਰ ਲੜਾਈ ਲੜ ਰਹੇ ਨੇ, ਤੇ ਆਉਣ ਵਾਲੇ ਸਮੇਂ 'ਚ ਦੇਖਣਾ ਇਹ ਹੋਏਗਾ ਕਿ ਹੋਰ ਕਿਹੜੇ ਇਹ ਰੰਗ ਉੱਭਰ ਕੇ ਆਉਂਦੇ ਨੇ ਸਾਹਮਣੇ ਕਿਸਾਨ ਜਿਹੜੇ ਇਸ ਸਮੇਂ ਲੜਾਈ ਲੜ ਰਹੇ ਨੇ ਖੇਤੀ ਬਿੱਲਾਂ ਨੂੰ ਲੈ ਕੇ। ਕੈਮਰਾ ਪਰਸਨ ਬੋਬੀ ਕਾਤੀਆ ਦੇ ਨਾਲ ਵਰੁਣ ਸੱਗੜ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।